आप नारायण कला धार जग में परवरियो। निरंकार आकार जोत जग मंडल करियो। हम अवगुण भरे एक गुण नाही। अमृत शाद बिखै बिख खाही। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। तेह मिलंत जम त्रास मिटाई। एक अरदास पाट कीरत की। गुर रामदास राखो शरनाई। एक अरदास पाट कीरत की। गुर रामदास राखो शरनाई। वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज जी की पवित्र हजूरी अंदर धन बाबा जोरावर सिंह जी, धन बाबा फतेह सिंह जी, धन मात गुजर कौर जी दे महान शहीदी अस्थान ते अदब प्यार विच सजी साध संगत गुरदेव पातशाह जी दियां खुशियां प्राप्त कर रहे हो। दीन दुनी दे मालिक साहिब श्री गुरु रामदास सच्चे पातशाह महाराज जी का आगमन पुरब बड़ी अकीदत नाल, बड़ी भावना नाल, बहुत उत्साह जज्बे नाल समुचा पंथ थां पर थां मना रहा। आप जी निरंतर जड़े गुरु के इतिहास नूं, गुरु के बचनां नूं सुनने वाले गुरसिख जानते हो भाई कि सतगुर जी का प्रकाश चूना मंडी लाहौर शहर, जिन्हों किसी वेले कहा जाता सी लाहौर शहर जहर कहर सवा पहर, तो फिर विद्वान गुणीजन कहते ने लाहौर शहर अमृतसर सिफती का घर। ये भी गुणवान पुरखा ने अर्थ किए कि जिथे कहर वरतदा सी, सवा पहर दिन चढ़न तो पहले ही कहर शुरू हो जाता सी। तड़क सारी जीव के रसां कसां वास्ते बहुत पाप कहर होना शुरू हो जाता सी। राज का गढ़ सी, केंद्र सी, ते मनुख निर्दयी हो के कहर करते सन। ते गुणवान कहते ने लाहौर शहर अमृत का सर भी हो गया। फिर अगला बचन है इन्नी पंक्ति लाहौर शहर जहर कहर सवा पहर। उस तो अगली पंक्ति आती लाहौर शहर अमृतसर सिफती का घर। जिथे जाए बह मेरा सतगुरु। वो धरती सिखा वास्ते आदर योग पूजन योग साध संगत। सो मुकद्दस धरती, सन्मान योग धरती, जिन्हों अज पाकिस्तान कहा जाता है, साडे वास्ते वो अत आदर योग धरती है। असीं उस धरती नाल घिरना नहीं कर सकते।
ਅਸੀਂ ਉਸ ਧਰਤੀ ਨਾਲ ਨਫ਼ਰਤ ਨਹੀਂ ਕਰ ਸਕਦੇ। ਸਾਡੇ ਵਾਸਤੇ ਉਹ ਗੁਰੂ ਨਾਨਕ ਦੇ ਆਗਮਨ ਦੀ ਧਰਤੀ, ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਵਾਲੀ ਧਰਤੀ ਹੈ, ਤੇ ਅਸੀਂ ਸ਼ਰਧਾ ਅਕੀਦਤ ਨਾਲ ਉਸ ਧਰਤੀ ਨੂੰ ਨਮਸਕਾਰ ਕਰਦੇ ਹਾਂ। ਮਾਤਾ ਦਇਆ ਕੌਰ ਜੀ ਦੀ ਕੁੱਖੋਂ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਆਗਮਨ ਹੋਇਆ, ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਵੇਲੇ 4 ਪਾਤਸ਼ਾਹੀਆਂ ਸਰੀਰ ਕਰਕੇ ਧਰਤੀ ਤੇ ਮੌਜੂਦ ਸਨ। ਗੁਰੂ ਨਾਨਕ ਸਾਹਿਬ ਹਜ਼ੂਰ ਸ਼੍ਰੀ ਕਰਤਾਰਪੁਰ ਸਾਹਿਬ ਸਨ। ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸ਼੍ਰੀ ਖੰਡੂਰ ਸਾਹਿਬ ਸਨ। ਗੁਰੂ ਅਮਰਦਾਸ ਜੀ ਸੇਵਕ ਰੂਪ ਵਿੱਚ ਬਾਸਰਕੇ ਤੋਂ ਖੰਡੂਰ ਸਾਹਿਬ ਜਾਂਦੇ ਨੇ, ਤੇ ਉਧਰ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ। ਸਾਧ ਸੰਗਤ, ਆਪਾਂ ਸਾਰੇ ਜਾਣਦੇ ਹਾਂ ਕਿ ਬਾਲ ਵਰੇਸ ਵਿੱਚ ਸਤਿਗੁਰੂ ਜੀ ਦੇ ਪਹਿਲਾਂ ਮਾਤਾ ਜੀ ਤੇ ਫਿਰ ਪਿਤਾ ਜੀ ਚਲਾਣਾ ਕਰ ਗਏ, ਤੇ ਜਦੋਂ ਬਾਲ ਉਮਰੇ ਮਾਪਿਆਂ ਦਾ ਸਾਇਆ ਉੱਠਦਾ ਹੈ ਤੇ ਜ਼ਿੰਦਗੀ ਬੜੀਆਂ ਦੁਸ਼ਵਾਰੀਆਂ ਨਾਲ ਭਰ ਜਾਂਦੀ ਹੈ। ਨਾਨੀ ਦਾ ਸਹਾਰਾ ਇੰਨਾ ਵੱਡਾ ਨਹੀਂ ਸੀ ਕਿ ਰੋਜੀ ਰੋਟੀ ਨਾਨੀ ਦੇ ਘਰ ਤੋਂ ਨਸੀਬ ਹੋ ਸਕਦੀ, ਬਲਕਿ ਨਾਨੀ ਨੂੰ ਵੀ ਸਹਾਰਾ ਬਾਲਕ ਰਾਮਦਾਸ ਜੀ ਹਜ਼ੂਰ ਨੂੰ ਦੇਣਾ ਪਿਆ। ਕਮਾ ਕੇ ਨਾਨੀ ਦਾ ਵੀ ਪੇਟ ਭਰਨਾ ਪਿਆ ਉਦਰ ਦੀ ਪੂਰਤੀ ਵਾਸਤੇ। ਸੋ ਔਕੜਾਂ ਮੁਸ਼ਕਲਾਂ ਬਹੁਤ ਵੱਡੀਆਂ ਬਾਲ ਵਰੇਸ ਤੋਂ ਹੀ, ਗਰੀਬੀ ਵੀ, ਵਿਛੋੜਾ ਵੀ, ਘਰੋਂ ਬੇਘਰ ਵੀ, ਸਮਾਜ ਦੇ ਤਾਨੇ ਵੀ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੂਨਾ ਮੰਡੀ ਲਾਹੌਰ ਦੀਆਂ ਗਲੀਆਂ, ਮਾਪਿਆਂ ਦਾ ਸਾਇਆ ਨਹੀਂ ਸਿਰ ਤੇ। ਹਿਰਦੇ ਦੀ ਨਿਮਰਤਾ ਵਿੱਚੋਂ ਸ਼ਾਇਦ ਇਸੇ ਲਈ ਬਚਨ ਨਿਕਲਦੇ ਆ, ਹਮ ਰੁਲਤੇ ਫਿਰਤੇ कोई बात ना पूछता, जो हमरी बिद होती मेरे सतगुरा, सा बिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे। गुर सतगुर संग हर के जन सतगुर सतपुरखा, बिनो करो गुर पास, हम कीरे किरम सतगुर शरणाई। कीरे किरम मतलब कीरे किरम का अर्थ यह है भी असी इन्ने नीवें जिमें गलियां विच रींगदे होए किरम होण, पैरां विच लताड़े होए कीड़े होण जिवें, ते ओह कीड़ियां नूं नसीब की होई सतगुर जी दी शरण। ਜਿਹੜੇ ਗਲੀਆਂ ਵਿੱਚ ਰੀਂਗਦੇ ਹੋਏ ਕੀੜਿਆਂ ਦੀ ਨਿਆਈ ਸਨ, ਮਤਲਬ ਅੱਤ ਦੀ ਨਿਮਰਤਾ, ਅੱਤ ਦੀ ਹਲੀਮੀ ਵਿੱਚੋਂ ਇਹ ਨਿਕਲੇ ਬਚਨ ਨੇ ਕਿ ਅਸੀਂ ਤੇ ਜਿਹਨੂੰ ਸ਼ਬਦ ਵਰਤਦੇ ਆ ਨਾ, ਨਿਮਾਣੇ, ਨਿਤਾਣੇ, ਨਿਥਾਵੇਂ, ਨਿਆਸਰੇ, ਨਿਓਟੇ, ਨਿਧਿਰੇ, ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਮਿਲੀ ਜੀ। ਗੁਰੂ ਨਾਨਕ ਦੇ ਘਰ ਦੀ ਕਹਿੰਦੇ ਸ਼ਰਨ ਮਿਲੀ। ਹੁਣ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਸਫ਼ਰ ਵੇਖਦੇ ਆ ਨਾ ਜੀ, ਤੇ 2 ਬਚਨ ਧਿਆਨ ਚ ਆਉਂਦੇ ਸਾਧ ਸੰਗਤ। ਸਮੁੱਚੇ ਜੀਵਨ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਨੇ ਅਸੀਂ, ਤੇ 2 ਬਚਨ ਧਿਆਨ ਵਿੱਚ ਆਉਂਦੇ ਆ। 2 ਬਚਨਾਂ ਤੋਂ ਸਾਨੂੰ ਸਪਸ਼ਟ ਹੋ ਜਾਏਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਦਰਸ਼ਨ ਕੀ ਹੈ। ਜਦੋਂ ਅਸੀਂ ਰੂਹਾਨੀ ਸਤਾ ਦੇ ਇਹ ਬੋਲਾਂ ਨੂੰ ਪਾਸੇ ਰੱਖ ਕੇ ਨਾ, ਉਹਦੀ ਆਤਮਿਕਤਾ, ਰੂਹਾਨੀਅਤਾ, ਉਹ ਤੇ ਕਿਸ ਸਿਖਰ 'ਚ ਜਾ ਕੇ ਬਚਨ ਕਹੇ ਨੇ। ਨਿਮਰਤਾ ਦੀ ਇੰਤਹਾ ਹੈ, ਗਰੀਬੀ ਦੀ, ਹਿਰਦੇ ਦੀ ਗਰੀਬੀ ਦੀ ਇੰਤਹਾ ਹੈ। ਪਰ ਜਦੋਂ ਅਸੀਂ ਬਹਿਰੂਨੀ ਤੌਰ ਦੇ ਉੱਤੇ ਦਸ਼ਾ ਵੇਖਦੇ ਹਾਂ ਤੇ ਵਾਕਈ ਇਹ ਦਸ਼ਾ ਨਜ਼ਰ ਆਉਂਦੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਚੂਨਾ ਮੰਡੀ ਲਾਹੌਰ ਤੋਂ ਅਸੀਂ ਜੇ ਸਰੀਰਕ ਦਸ਼ਾ ਵੇਖੀਏ, ਮੈਂ ਫਿਰ ਬੇਨਤੀ ਕਰਦਾ, ਉਹ ਜੋਤ ਰੂਪ ਹਰ ਆਪ ਹਨ। ਗੁਰੂ ਰਾਮਦਾਸ ਜੀ ਸਿੱਖਾਂ ਵਾਸਤੇ ਰੱਬ ਹਨ, ਰੱਬ ਜੀ। ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੀ ਮੰਨਦੇ? ਸਿਰਫ ਇੱਥੇ ਗੁਰੂ ਵਿਅਕਤੀ ਕਰਕੇ ਵਿਸ਼ੇਸ਼ਤਾ ਨਹੀਂ ਸਾਧ ਸੰਗਤ, ਗੁਰੂ ਜੋਤ ਸਾਰ ਸਮੁੱਚੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਗੁਰੂ ਜੋਤ ਨੂੰ ਸਿੱਖ ਰੱਬ ਕਹਿੰਦਾ।
ਨਿਰੰਕਾਰ ਕਹਿੰਦਾ। ਆਪ ਨਾਰਾਇਣ ਕਿਹਾ ਸਾਧ ਸੰਗਤ, ਆਪ ਨਾਰਾਇਣ ਨੇ ਕਲਾ ਵਰਤਾਈ ਹੈ। ਤੇ ਜਦੋਂ ਇਹ ਗੁਰੂ ਜੋਤ, ਭਾਵੇਂ ਉਹ ਗੁਰੂ ਨਾਨਕ ਹਜ਼ੂਰ ਦੇ ਅੰਦਰ ਵਰਤ ਰਹੀ ਹੈ, ਭਾਵੇਂ ਉਹ ਗੁਰੂ ਜੋਤ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਹੈ, ਜਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਅਸੀਂ ਕਾਇਆ ਨਹੀਂ ਵੇਖ ਰਹੇ, ਅਸੀਂ ਗੁਰੂ ਜੋਤ ਨੂੰ ਨਮਸਕਾਰ ਕਰਕੇ ਕਹਿੰਦੇ ਹਾਂ ਰੱਬ ਹੈ ਸਾਡਾ। ਤੇ ਜਿਨ੍ਹਾਂ ਨੂੰ ਜਗਤ ਕਹਿੰਦਾ, ਹੁਣ ਮੈਂ ਸਫ਼ਰ ਦੀ ਗੱਲ ਕਰ ਰਿਹਾ, ਇਹਨੂੰ ਧਿਆਨ 'ਚ ਰੱਖਿਓ ਜੀ। ਜਿਨ੍ਹਾਂ ਦਾ ਸਫ਼ਰ ਇੱਥੋਂ ਸ਼ੁਰੂ ਹੋ ਰਿਹਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇੱਕ ਦਿਨ ਸੰਗਤ ਦੇ ਸਾਹਮਣੇ, ਗੁਰਸਿੱਖਾਂ ਦੇ ਸਾਹਮਣੇ ਸਤਿਗੁਰੂ ਜੀ ਕੀ ਨੇ? ਸਿੱਖੀ ਅਤੇ ਸੰਗਤੀ ਕੀ ਜਾਣਿਆ ਜੀ? ਸਿੱਖਾਂ ਤੇ ਸੰਗਤ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨੂੰ ਸਮਝ ਲਈਏ ਚੰਗੀ ਤਰ੍ਹਾਂ ਦੇ ਨਾਲ। ਇੱਕ ਦਰਸ਼ਨ ਅਸੀਂ ਉਹ ਕਰਦੇ ਹਾਂ ਜਿੱਥੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇਤਿਹਾਸਕ ਤੱਥ ਵੀ ਨੇ ਤੇ ਆਤਮਿਕ, ਇਹਦੇ ਰੂਹਾਨੀ ਅਰਥਾਂ ਦੀ ਤੇ ਗਹਿਰਾਈ ਕੋਈ ਨਹੀਂ ਨਾ ਜੀ, ਉਹਨੂੰ ਤੇ ਅਸੀਂ ਮਾਪ ਹੀ ਨਹੀਂ ਸਕਦੇ। ਜੇ ਅਸੀਂ ਸਿਰਫ ਦੁਨਿਆਵੀ ਤੌਰ ਦੇ ਉੱਤੇ ਵੀ ਜੋ ਦੇਖ ਰਹੇ ਹਾਂ, ਮੈਂ ਸਿਰਫ ਉਹਦੀ ਗੱਲ ਕਰ ਰਿਹਾ। ਮੈਂ ਦੁਬਾਰਾ ਅਰਜ਼ ਕਰ ਰਿਹਾ ਵੀ ਗੁਰੂ ਰਾਮਦਾਸ ਜੀ ਸਾਡੇ ਵਾਸਤੇ ਰੱਬ ਨੇ, ਉਹ ਪਰਮੇਸ਼ਰ ਦੀ ਆਪਣੀ ਭੇਜੀ ਹੋਈ ਜੋਤ ਨੇ, ਧੁਰੋਂ ਪਠਾਏ ਹੋਏ ਨੇ, ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਪਰ ਜਦੋਂ ਅਸੀਂ ਬਾਹਰ ਰੂਪੀ ਕਲਾ ਵੇਖਦੇ ਹਾਂ ਜੋ ਉਹਨਾਂ ਨੇ ਵਰਤਾਈ ਹੈ, ਤੇ ਇਹ ਸੱਚਾਈ ਸਾਨੂੰ ਨਜ਼ਰ ਆਉਂਦੀ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਪਰ ਇੱਕ ਦਿਨ ਉਹ ਆਉਂਦਾ, ਸਫ਼ਰ ਦੀ ਗੱਲ ਕਰੀਏ ਤੇ ਦੋ ਬਚਨ ਮੈਂ ਵਰਤਾਂਗਾ ਇੱਥੋਂ ਸ਼ੁਰੂ ਕਰਕੇ ਨਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਤੇ ਮੰਜ਼ਿਲ ਕਿੱਥੇ ਜਾ ਕੇ ਪਹੁੰਚਦੀ ਹੈ? ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਕਮਾਲ ਹੋ ਗਈ ਸਾਧ ਸੰਗਤ। ਇੱਥੋਂ ਆਰੰਭ ਕਰਕੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਤੇ ਇੱਕ ਦਿਨ ਰਾਜ ਜੋਗ ਤਖਤ ਦਿਯਨ ਗੁਰੂ ਰਾਮਦਾਸ ਕੋ। ਇੱਕ ਦਿਨ ਉਹ ਤਖਤ ਦੇ ਮਾਲਕ ਹਨ, ਉਹ ਰਾਜ ਜੋਗ ਦੇ ਮਾਲਕ ਹਨ, ਤੇ ਸਾਰੀ ਲੁਕਾਈ ਉਹਨਾਂ ਦੇ ਚਰਨਾਂ 'ਚ ਸਿਰ ਰੱਖ ਕੇ ਕਹਿ ਰਹੀ ਹੈ, ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਮੁੱਚਾ ਜੀਵਨ ਹੈ ਨਾ ਜਿਹੜਾ ਪਾਤਸ਼ਾਹ ਦਾ, ਇਹ ਦੋ ਪੜਾਵਾਂ ਵਿੱਚ ਵੱਜਿਆ ਹੋਇਆ। ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ ਰਾਜ ਜੋਗ ਤਖਤ, ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੋਂ ਕਿੱਥੋਂ ਤੱਕ ਦਾ ਮੁਕਾਮ ਹੈ ਜੀ? ਤਖਤ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਵਿੱਚ ਕੀ ਹੁੰਦਾ ਉਹ ਅਗਲੇ ਗੱਲਾਂ ਨੇ ਸਾਧ ਸੰਗਤ ਜੀ। ਜੇ ਮੋਟੇ ਰੂਪ 'ਚ ਦਰਸ਼ਨ ਕਰਨੇ ਹੋਣ ਤੇ ਇੱਥੋਂ ਚੱਲ ਕੇ ਇੱਥੋਂ ਤੱਕ ਪਹੁੰਚਣ ਦਾ ਹੈ। ਜਿਨ੍ਹਾਂ ਨੂੰ ਸੰਗਤ ਕੀ ਕਹਿ ਰਹੀ ਹੈ? ਧੰਨ ਧੰਨ ਰਾਮਦਾਸ ਗੁਰ। ਸਾਰਿਆਂ ਨੇ ਕਹਿਣਾ ਸਾਧ ਸੰਗਤ, ਧੰਨ ਧੰਨ ਰਾਮ, ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੈਨੂੰ ਧੰਨ ਕਹਿਆ, ਜ਼ਿੰਦਗੀ ਨਰਕ ਤੋਂ ਬਚ ਜਾਂਦੀ ਹੈ ਜੀ। ਜ਼ਿੰਦਗੀ ਦੋਜਕ ਵਿੱਚ ਨਹੀਂ ਸੜਦੀ, ਹਿਰਦੇ 'ਚ ਠੰਡ ਪੈ ਜਾਂਦੀ ਹੈ। ਉਸ ਗੁਰੂ ਨੂੰ ਸਿਮਰਿਆ ਨਾ ਜੀ, ਸਿਰ ਝੁਕਾਇਆ, ਜਿਹੜਾ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਲੋਹ ਹੋਇਓ ਲਾਲ ਨਾਮ ਸਤਿਗੁਰ ਮੁਖ ਭਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਬ ਧਾਰੀ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੀ। ਜਦੋਂ ਸਤਿਗੁਰੂ ਜੀ ਦੇ ਗਿਆਨ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਜੀ,
ਤੇ ਮੇਰਾ ਸਤਿਗੁਰੂ ਗਰੀਬ ਨਵਾਜ ਜਿਹੜੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਭੱਟ ਸਾਹਿਬਾਨ ਕਹਿੰਦੇ ਆ, ਕੱਚ ਤੋਂ ਕੰਚਨ ਬਣ ਜਾਂਦਾ, ਕਾਠ ਤੋਂ ਸ੍ਰੀਖੰਡ ਕਰ ਦਿੰਦਾ ਜੀ, ਚੰਦਨ ਬਣਾ ਦਿੰਦਾ, ਲੱਕੜ ਤੋਂ ਲੋਹੇ ਤੋਂ ਲਾਲ ਬਣਾ ਜਾਂਦਾ, ਪੱਥਰ ਤੋਂ ਮਾਣਕ ਕਰ ਦਿੰਦਾ। ਜਿਹੜੇ ਇੱਕ ਵਾਰੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਤਿੰਨ ਜਮ ਨੇੜ ਨਾ ਆਇਆ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੀ ਸੁਣਿਓ। ਸਤਿਗੁਰੂ ਸ਼ਬਦ ਵਿੱਚ ਮੌਜੂਦ ਨੇ। ਤੇ ਕੱਚ ਤੋਂ ਕੰਚਨ ਬਣਨਾ, ਕੱਚ ਨਿਗੂਣਾ ਹੈ, ਕੱਚ ਨਖਿੱਧ ਹੈ, ਕੱਚ ਕੱਚਾ ਹੈ, ਕੰਚਨ ਕੀਮਤੀ ਹੈ, ਬੇਸ਼ਕੀਮਤੀ ਹੈ। ਕੱਚ ਤੋਂ ਕੰਚਨ ਬਣਾਂਗੇ ਜਦੋਂ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਾਂਗੇ। ਸਾਧ ਸੰਗਤ, ਬਿਖ ਤੋਂ ਅੰਮ੍ਰਿਤ ਹੋਏਗਾ ਜਦੋਂ ਨਾਮ ਸਤਿਗੁਰ ਮੁਖ ਭਣਿਓ। ਜਦੋਂ ਸਾਨੂੰ ਚੇਤੇ ਆਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਦੋਂ ਅਸੀਂ ਸਿਮਰਿਆ ਗੁਰੂ ਨੂੰ। ਲੋਹਾ ਹੀਰਿਆਂ ਦਾ ਰੂਪ ਧਾਰ ਸਕਦਾ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਸਾਧ ਸੰਗਤ, ਪੱਥਰ ਤੋਂ ਮਾਨਕ ਹੋ ਜਾਣਾ, ਪੱਥਰ ਦੇ ਨਗੂਣਾ ਹੈ, ਤੇ ਨਗੂਣਿਆਂ ਨੂੰ ਉੱਚੇ ਕਰ ਦੇਣਾ, ਨੀਚਾਂ ਤੋਂ ਊਚ ਕਰ ਦੇਣਾ। ਇਹ ਮੇਰੇ ਸਤਿਗੁਰ ਜੀ ਦੇ ਗੁਣਾਂ ਦੀ ਵਡਿਆਈ ਹੈ। ਸਾਧ ਸੰਗਤ ਜੀ, ਜਿਵੇਂ ਬਾਬਾ ਕਬੀਰ ਕਹਿੰਦੇ ਨੇ ਨਾ ਕਿ ਜੇ ਕੋਈ ਗੰਦਾ ਨਾਲਾ ਵੀ ਨਦੀ ਦੇ ਗੰਗਾ ਵਿੱਚ ਪੈ ਜਾਂਦਾ ਤੇ ਲੋਕੀ ਉਹਨੂੰ ਵੀ ਗੰਗਾ ਕਹਿ ਕੇ ਸਤਿਕਾਰ ਦਿੰਦੇ ਆ, ਤੀਰਥ ਬਣ ਜਾਂਦਾ ਲੋਕਾਂ ਵਾਸਤੇ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਔਗਣਾਂ ਦਾ ਭਰਿਆ ਹੋਇਆ ਵੀ ਜਦੋਂ ਧੰਨ ਗੁਰੂ ਰਾਮਦਾਸ ਪ੍ਰੇਮ ਵਿੱਚ ਭਿੱਜ ਕੇ ਕਹਿੰਦਾ ਗੁਣ ਅੰਦਰ ਵਸਾਉਂਦਾ, ਤੇ ਮੇਰਾ ਸਤਿਗੁਰ ਜੀ ਕੱਚ ਤੋਂ ਕੰਚਨ ਬਣਾ ਦਿੰਦਾ, ਲੋਹੇ ਤੋਂ ਲਾਲ ਬਣਾ ਦਿੰਦਾ, ਬਿਖ ਤੋਂ ਅੰਮ੍ਰਿਤ ਬਣਾ ਦਿੰਦਾ। ਇਸੇ ਲਈ ਤੇ ਸਾਨੂੰ ਹੁਕਮ ਕੀਤਾ ਸਾਧ ਸੰਗਤ। ਪਰ ਵੇਖੋ ਇੱਕ ਗੱਲ ਹੋਰ ਮਹਾਰਾਜ ਨੇ ਬੜੀ ਕਮਾਲ ਦੀ ਕਹੀ। ਆਪਾਂ ਅਕਸਰ ਇਹ ਬਚਨ ਪੜ੍ਹਦੇ ਹਾਂ, ਕਹਿੰਦੇ ਬੜੀ ਦੁਨੀਆ ਹੈ ਪਰ ਕੋਈ ਵਿਰਲਾ ਹੀ ਹੈ ਜਿਹਦੇ ਹਿਰਦੇ ਵਿੱਚੋਂ ਸਤਿਗੁਰ ਜੀ ਦੇ ਪ੍ਰੀਤ ਦੀਆਂ ਤਰੰਗਾਂ ਉੱਠਦੀਆਂ ਹੋਣ। ਜਦ ਕਿ ਪਤਾ ਹੈ ਸਾਨੂੰ ਕਿ ਸਤਿਗੁਰ ਜੀ ਦਾ ਨਾਮ ਲਿਆ, ਸਤਿਗੁਰ ਜੀ ਦੇ ਚਰਨਾਂ ਨਾਲ ਜੁੜਿਆ, ਸਤਿਗੁਰ ਜੀ ਦਾ ਧਿਆਨ ਧਰਿਆ, ਸਤਿਗੁਰ ਜੀ ਦਾ ਉਪਦੇਸ਼ ਕਮਾਇਆ, ਕੱਚ ਤੋਂ ਕੰਚਨ ਹੋ ਜਾਂਦਾ, ਬਿਖ ਤੋਂ ਅੰਮ੍ਰਿਤ ਹੋ ਜਾਂਦਾ, ਕਾਠ ਤੋਂ ਸ੍ਰੀਖੰਡ ਬਣ ਜਾਂਦਾ, ਚੰਦਨ ਬਣ ਜਾਂਦਾ। ਸਾਰਾ ਕੁਝ ਪਤਾ ਹੈ ਪਰ ਫਿਰ ਵੀ ਕਈ ਵਾਰੀ ਜੀਵਨ ਕੁਰਾਏ ਪਿਆ ਰਹਿੰਦਾ। ਸਾਡੇ ਅੰਦਰੋਂ ਵਕਤ ਸਿਰ ਵੱਤਰ ਦੇ ਅਨੁਸਾਰ ਨਿਕਲਦਾ ਹੀ ਨਹੀਂ ਧੰਨ ਗੁਰੂ ਰਾਮਦਾਸ ਮਹਾਰਾਜ। ਇਹ ਗੁਰੂ ਤਰਸ ਕਰੇ ਤੇ ਤਾਂ ਆ ਨਾ ਜੀ। ਤੇ ਇਹ ਵਡਿਆਈ ਕਿਹਨਾਂ ਦੀ ਝੋਲੀ 'ਚ ਪੈਂਦੀ ਹੈ? ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੁੰਦੇ ਹੈ। ਜਿਹੜੇ ਸਨਮੁਖ ਹੁੰਦੇ ਉਹਨਾਂ ਨੇ ਪ੍ਰੇਮ ਵਿੱਚ ਭਿੱਜ ਕੇ ਗੁਰਮੁਖੋ ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ। ਵਡਿਆਈ ਗੁਰਮੁਖ ਦੇ ਪ੍ਰਭ। ਸਨਮੁਖ ਹੋਵੇਂਗਾ ਨਾ ਤੇ ਤਾਂ ਤੇਰੇ ਹਿਰਦੇ 'ਚੋਂ ਸਤਿਗੁਰੂ ਜੀ ਦੀ ਕੀਰਤੀ ਨਿਕਲਣੀ ਹੈ, ਤਾਂ ਟਿਕਣੀ ਹੈ ਤੇਰੇ ਹਿਰਦੇ 'ਚ ਕੀਰਤੀ। ਇਹ ਵਡਿਆਈ ਗੁਰੂ ਦੇ ਸਨਮੁਖ ਹੋਇਆਂ ਪ੍ਰਾਪਤ ਹੁੰਦੀ ਹੈ, ਕਰਮ ਕਰਕੇ, ਅਮਲਾਂ ਕਰਕੇ। ਜਦੋਂ ਸਨਮੁਖ ਹੋਵੇਗਾ ਤੇ ਜੇ ਕਰਮ ਕਰਕੇ ਸਨਮੁਖ ਨਹੀਂ ਹੈ ਤੇ ਫਿਰ ਇਹ ਵਡਿਆਈ ਹੈ। ਇਹ ਬਹੁਤ ਵੱਡੀ ਗੱਲ ਕਿ ਸਾਡੇ ਅੰਦਰੋਂ ਸਤਿਗੁਰੂ ਜੀ ਦੀ ਉਪਮਾ ਵਿੱਚ ਧੰਨ ਸਤਿਗੁਰੂ ਸ਼ਬਦ ਨਿਕਲਣ ਵੱਡੀ ਵਡਿਆਈ ਹੈ। ਪਰ ਮਿਲਦੀ ਕਿਹਨੂੰ ਹੈ? ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸਭ ਆਖੋ ਧੰਨ 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 ਗੁਰ ਸੋਈ। ਇਦਾਂ ਵਡਿਆਈਆਂ ਸਤਿਗੁਰੂ ਝੋਲੀ 'ਚ ਪਾਉਂਦੇ ਜੀ। ਤਾਂ ਕਿਹਾ ਸੀ ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਇਦਾਂ ਮੇਰੇ ਸਤਿਗੁਰੂ ਜੀ ਲੋਹੇ ਤੋਂ ਲਾਲ ਬਣਾ ਦਿੰਦੇ, ਕੱਚ ਤੋਂ ਕੰਚਨ ਬਣਾ ਦਿੰਦੇ। ਸਾਧ ਸੰਗਤ, ਤੇ ਸਾਰੀ ਲੁਕਾਈ ਅੱਜ ਸਿਰ ਝੁਕਾ ਕੇ ਕਹਿ ਰਹੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ। ਕਲਾ ਵਰਤ ਗਈ ਜੀ ਪੂਰਨ ਤੌਰ ਤੇ, ਕਿਉਂਕਿ ਰੱਬ ਆਪ ਪ੍ਰਗਟ ਹੋਇਆ, ਆਪ ਸਿਰਜਣਹਾਰ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਰੱਬ ਕਰਕੇ ਤੇ ਨਮਸਕਾਰ ਕੀਤੀ। ਸਾਧ ਸੰਗਤ ਜੀ, ਰਾਜ ਜੋਗ ਤਖਤ ਦੀਆਂ ਜਿਹੜੇ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ।
ये वड्डियां वड्याइयां साहिब की झोली विच पईयां। साध संगत, दाता गरीब नवाज तारनहारे लाहौर चूना मंडी तो बासर के तो श्री गोइंदवाल साहब, सतगुरु गुरु अमरदास जी का संग। दो चीज़ां मैं बेनती करदा, इनू समझण दी बड़ी वड्डी लोड़ है कि दो चीज़ां सतगुरु जी के जीवन विच प्राप्त हुंदियां। एक किरत, वेखो ये भी पल्ले पन्नना भी औखियां मुश्किल घाटियां वर्गा जीवन, पर हिम्मत नहीं हारनी, किसे दे मुथाज नहीं होना। वाह गुरु रामदास पातशाह जिन्हां ने सिखाया हिम्मत करनी, बल करना, उद्यम करना, दृढ़ भरोसे दे नाल अत दीआं दुश्वारियां च, मुश्किलां च, मुसीबतां च, औकड़ां च, गरीबी च लाचार हो सकते हैं पर मुथाज नहीं होए। देखो औकड़ां इन्नियां आईयां, बेवस होके लाहौर छड्डना पिया। बासर के तो गोइंदवाल साहब मुसीबतां दे पहाड़ टुटे पर मुथाज नहीं होए। जे भोजन छकिया, गराई छकी, भावें रुखी छकी, किरत करके छकी, किसी दे मुथाज नहीं होए। सिੱਖੀ है गुरु रामदास जी को। जिन्ने मर्जी पहाड़ दुखां दे टुट पैण, किसी अगे ना गुरु रामदास जी ने हाथ अड्डना सिखाया। गुरु रामदास जी ने की सिखाया? किरत करनी, भावें सिर ते छाबड़ी चुक के गलियां च क्यों ना वेचनी पवे। मेहनत करनी, मशक्कत करनी, उद्यम करना। अज साडे कोलों साध संगत उद्यम खुसदा जा रहा है, साडे कोलों मशक्कत खुसदी जा रही है। गुरु रामदास महाराज जी सानू सिखांदे कि ये झोरा छड्ड दो भी लोग की कहते हैं। जिहड़े बचन आपां रोज़ गाहे बगाहे पढ़ते सुनते हैं हुक्म दे अंदर, हर जन राम नाम गुण गावै, जे कोई निंद करै हर जन की, अपना गुण ना गवावै। मेरे साहिब अनंत बख्शिशां नाल किवें नवाज दिंदे आ जी। असी सारा जीवन बड़ी वारी सुनिया। थोड़ा अगे तुरीए, श्री गोइंदवाल साहब तो गुरता गद्दी ते विराजमान होने तो बाद जदों श्री अमृतसर साहब महाराज आते हैं, नगरी वस रही है, सोढी पातशाह है ना, दुनिया उत्ते राजे बड़े होए साध संगत। उन्नी क देर उन्हां दा नां, जिन्नी क देर वो बादशाहत के सिंघासन ते है, उन्नी क देर ही नां उन्हां दा चलदा, उन्नी क देर ही उन्हां दा हुक्म चलदा। पर धन गुरु रामदास वो पातशाह ने जड़े वक्ती शहनशाह नहीं। अज भी असीं की कहने हैं, बैठा सोढी पातशाह बैठे ने। अज भी चवर तख्त छतर दे मालक, अज भी सिंघासन दे मालक धन गुरु रामदास महाराज जी श्री गुरु ग्रंथ साहिब रूप च विराजमान ने। ते जड़ा झोली अड्ड के आउंदा है, अणमंगियां दान देवना, अणमंगियां अज भी विराजमान ने बैठा। कोई पूछे कित्थे ने गुरु रामदास? सतगुर मेरा सदा सदा ना आवे ना जाए, वो अविनाशी पुरख है। बैठा सोढी पातशाह बैठा होया, सिखा अखां खोल सुरत जगा, ते तैनूं लोकां दा मुथाज नहीं होना पएगा। गुरु रामदास सच्चे पातशाह बैठे ने, वो तेरी झोली बिना मंगण तो भी भर देणगे। भाई आदम जी आए बठिंडे के खेतर चों, जिंदगी की मनसा वेखो। वैसे ये बहुतियां वड्डियां गल्लां नहीं गुरु रामदास जी के घर विच, किहदी झोली किस तरह भर देनी है। पर अपने सिदक नूं पक्कियां करन वास्ते असीं ये विथियावां नूं साझियां करदे हां। अज भी कला वरत रही है जी। कित्थे गूंगियां नूं जुबानां दे देणीआं, कित्थे रोगियां नूं अरोग कर देना, कित्थे कावां तो हंस बना देना जीवन साडिआं नूं। ये गुरु रामदास जी के घर की वडियाई है साध संगत। और ये कला वरतनी कोई बहुती वड्डी गल नहीं है। साडे वास्ते वड्डी हो सकती है, गुरु रामदास जी के घर वास्ते वड्डी नहीं है। पर उन्होंने गुरसिखां दा असीं ध्यान इसलिए धरदे हां जिन्हां गुरु रामदास जी उत्ते भरोसा किया। ते मेरे सतगुरु जी ने भरोसियां नूं फल किदां लाया साध संगत। भाई आदम निराश हो गए, बुजुर्गी तक उम्र पहुंच गई, ना धन की कमी है, ना संपत्ति की कमी है, ना जमीन जायदाद की कमी है, ना इज्जत मान की कमी है।
ਇੱਕ ਟੋਟਾ ਜ਼ਿੰਦਗੀ ਅੰਦਰ, ਇੱਕ ਥੋੜ ਮਹਿਸੂਸ ਹੁੰਦੀ ਹੈ ਕਿ ਨਿਰਸੰਤਾਨ ਹੈ ਇਹ ਜੋੜੀ, ਬੇਔਲਾਦ ਹੈ। ਦਿਨ ਰਾਤ ਅੰਦਰੋਂ ਚੀਸ ਉੱਠਦੀ ਹੈ, ਹੌਕਾ ਨਿਕਲਦਾ ਹੈ, ਇਹ ਸਾਰਾ ਧਨ ਸੰਪਤੀ ਕਿਸ ਕੰਮ, ਜੇ ਸਾਡੇ ਨਾਲ ਕੋਈ ਪਿਆਰ ਕਰਨ ਵਾਲਾ, ਸਾਂਭਣ ਵਾਲਾ, ਕੋਈ ਪਿਆਰਾ, ਕੋਈ ਦੁਲਾਰਾ ਸਾਡੀ ਝੋਲੀ 'ਚ ਨਾ ਖੇਡੇ। ਤੇ ਜਿਨ੍ਹਾਂ ਨੂੰ ਗੁਰਸਿੱਖਾਂ ਦਾ ਸੰਗ ਹੁੰਦਾ ਨਾ ਜੀ, ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਘਰ ਦਾ ਰਸਤਾ ਸਮਝ ਆਉਂਦਾ ਵੀ ਮਿੱਤਰਾ ਜੇ ਕੁਝ ਪਾਉਣਾ ਹੈ ਨਾ, ਤੇ ਆ ਗੁਰੂ ਰਾਮਦਾਸ ਜੀ ਆ ਬੈਠੇ ਹੋਏ, ਆ ਸਾਡੇ ਸਾਹਮਣੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਦੁਨੀਆ ਦੇ ਬਾਦਸ਼ਾਹ ਆਏ ਤੇ ਚਲੇ ਗਏ, ਮਿਟ ਗਏ ਸਾਧ ਸੰਗਤ ਦੁਨੀਆ ਤੋਂ, ਇਹ ਬੈਠਾ ਭਾਈ ਆਦਮ ਜੀ ਆਉਂਦੇ ਆ ਤੇ ਗੁਰੂ ਰਾਮਦਾਸ ਜੀ ਦੇ ਘਰ ਦੋ ਚੀਜ਼ਾਂ ਉਹ ਸਾਂਭਦੇ ਆ ਜੀ। ਇਹ ਸਾਡੇ ਲਈ ਸਿੱਖਿਆ, ਦੋ ਚੀਜ਼ਾਂ। ਚਿੱਤ ਵਿੱਚ ਗੁਰੂ ਦੀ ਪ੍ਰੀਤ ਹੈ, ਜਿਹਨੂੰ ਅਸੀਂ ਬੰਦਗੀ ਕਹਿੰਦੇ ਹਾਂ, ਸਿਮਰਨ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਯਾਦ ਕਹਿੰਦੇ ਹਾਂ। ਉਹ ਸਭ ਕੁਝ ਦਾ ਮੂਲ ਕੀ ਆ? ਗੁਰੂ ਦੀ ਪ੍ਰੀਤ। ਪ੍ਰੀਤ ਹੁੰਦੀ ਹੈ ਆਪੇ ਹੀ ਯਾਦ ਆਉਂਦੀ ਆ, ਆਪੇ ਹੀ ਬੰਦਗੀ ਹੁੰਦੀ ਆ, ਆਪੇ ਹੀ ਸਿਮਰਨ ਹੁੰਦਾ। ਇਹਨੂੰ ਲਿਖਿਓ ਹਿਰਦੇ ਤੇ ਜੀ। ਚਿੱਤ ਵਿੱਚ ਗੁਰੂ ਦੀ ਪ੍ਰੀਤ ਹੈ, ਪ੍ਰੀਤ ਵਿੱਚ ਹੀ ਆਸ ਹੈ, ਪ੍ਰੀਤ ਵਿੱਚ ਹੀ ਸਿਦਕ ਹੈ। ਅਧੂਰੇ ਆ, ਉਸ ਪ੍ਰੀਤ ਨੇ ਸਿਦਕ ਦਿੱਤਾ, ਭਰੋਸਾ ਦਿੱਤਾ, ਯਾਦ ਦਿੱਤੀ, ਜਿਹਨੂੰ ਅਸੀਂ ਸਿਮਰਨ ਆਖਦੇ ਹਾਂ। ਅੰਦਰ ਬੰਦਗੀ ਦਾ ਰੰਗ ਚੜ ਗਿਆ ਜੀ। ਇਹ ਸੀ ਚਿੱਤ। ਤੇ ਸਰੀਰ ਗੁਰੂ ਦੇ ਘਰ ਦੀ ਕਾਰ ਕਮਾਉਂਦਾ। ਭਾਈ ਆਦਮ ਜੀ ਨੇ ਇੱਕ ਕਰਮ ਸ਼ੁਰੂ ਕੀਤਾ, ਬਾਲਣ ਗੁਰੂ ਕੇ ਲੰਗਰ ਵਾਸਤੇ ਲਿਆਉਣਾ। ਮਹਾਰਾਜ ਗੁਰੂ ਰਾਮਦਾਸ ਜੀ ਦਾ ਲੰਗਰ ਅੱਜ ਵੀ ਦੁਨੀਆ ਦੇ ਵਿੱਚ ਨਾ, ਪੂਰੇ ਵਰਲਡ ਵਾਈਡ, ਜਦੋਂ ਸੰਸਾਰ ਗੱਲ ਕਰਦਾ ਤੇ ਉਹ ਕਹਿੰਦੇ ਫ੍ਰੀ ਕਿਚਨ। ਗੁਰੂ ਰਾਮਦਾਸ ਜੀ ਦੇ ਘਰ ਦੇ ਲੰਗਰ ਨੂੰ ਜਦੋਂ ਦੁਨੀਆ ਵਾਲੇ ਵੇਖਦੇ ਉਹ ਅਚੰਭਤ ਹੋ ਕੇ ਕਹਿੰਦੇ ਵੀ ਇਦਾਂ ਵੀ ਹੋ ਸਕਦਾ ਕਿ ਕੋਈ ਐਸੀ ਕਿਚਨ ਵੀ ਹੋਵੇ ਦੁਨੀਆ ਉੱਤੇ ਜਿੱਥੇ ਲੱਖਾਂ ਕਰੋੜਾਂ ਲੋਕ, ਗਿਣਤੀ ਤੇ ਇਸ ਲਈ ਨਹੀਂ ਕਿ ਗਿਣਤੀ ਤੇ ਤਾਂ ਕਰੀਏ ਨਾ ਵੀ ਜੇ ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਬੰਦ ਹੋਣਾ ਹੋਵੇ। ਇੱਕ ਦੇ ਬੰਦਾ ਸੋਚਦਾ ਵੀ ਦਿਨੇ ਚੱਲਿਆ 8 ਘੰਟੇ ਤੇ ਰਾਤ ਬੰਦ ਹੋ ਗਿਆ, 12 ਘੰਟੇ ਚੱਲਿਆ ਤੇ 12 ਘੰਟੇ ਬੰਦ ਹੋ ਗਿਆ, ਜਾਂ ਕਹੀਏ ਹਫ਼ਤਾ ਚੱਲਿਆ ਤੇ ਇੱਕ ਦਿਨ ਬੰਦ ਹੋ ਗਿਆ, ਮਹੀਨਾ ਚੱਲਿਆ ਤੇ ਇੱਕ ਦਿਨ। ਇੱਥੇ ਤੇ ਨਿਰੰਤਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਵੇਖੋ, ਸੂਰਜ ਚੰਦ ਰੁਕ ਸਕਦੇ ਨੇ, ਪਰ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਬਰਕਤਾਂ ਤੇ ਨਿਰੰਤਰ ਨੇ। ਭੁੱਖੇ ਢਿੱਡ ਭਰ ਰਹੇ ਨੇ, ਸੱਖਣੇ ਝੋਲੀਆਂ ਭਰ ਰਹੇ ਨੇ। ਤੇ ਦੁਨੀਆ ਵਾਲੇ ਕਹਿੰਦੇ ਉਹਨੂੰ ਸ਼ਬਦ ਦਿੱਤਾ, ਸੰਸਾਰ ਵਾਲਿਆਂ ਅਚੰਭਤ ਹੋ ਕੇ ਵੀ ਫ੍ਰੀ ਕਿਚਨ। ਹੁਣ ਸਿੱਖ ਸੇਵਾ ਕਰਦੇ ਜਿੱਦਾਂ ਤੁਸੀਂ ਪਿਆਰ 'ਚ ਕਰਦੇ। ਭਾਈ ਆਦਮ ਜੀ ਨੇ ਸੇਵਾ ਚੁੱਕੀ ਕਿ ਗੁਰੂ ਕੇ ਲੰਗਰ ਵਾਸਤੇ ਬਾਲਣ ਲਿਆਉਣਾ। ਬਾਲਣ ਲਿਆ ਕੇ ਇੱਕ ਭਾਰ ਗੁਰੂ ਕੇ ਲੰਗਰ 'ਚ ਸੁੱਟਣਾ, ਬਾਲਣ ਦਾ ਭਾਰ ਮਤਲਬ ਪੰਡ ਗੱਠੜੀ, ਤੇ ਇੱਕ ਭਾਰ ਵੇਚ ਕੇ ਆਪਣੀ ਰੋਟੀ ਖਾਣੀ, ਘਰ ਰੱਖ ਲੈਣਾ, ਜਮ੍ਹਾਂ ਕਰ ਲੈਣਾ, ਉਹਨੂੰ ਵੇਚ ਲੈਣਾ ਤੇ ਰੋਜੀ ਰੋਟੀ ਨਾਲੇ ਕਿਰਤ ਕਰਕੇ ਖਾਣੀ। ਵੱਡਾ ਜ਼ਿਮੀਂਦਾਰ ਸੀ, ਵੱਡਾ ਘਰਾਣਾ ਸੀ, ਪਰ ਆ ਕੇ ਟਹਿਲ ਕਮਾਉਣੀ ਸ਼ੁਰੂ ਕੀਤੀ। ਆਏ ਸੀ ਮਨਸਾ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਕਿ ਨਿਰ ਸੰਤਾਨ ਹਾਂ ਤੇ ਦਾਤਾ ਜੀ ਝੋਲੀ 'ਚ ਸੰਤਾਨ ਦੀ ਦਾਤ ਪਾ ਦਿਓ। ਪਰ ਯਕੀਨ ਕਰਿਓ ਗੁਰਮੁਖੋ, ਇਹਨੂੰ ਕਹਿੰਦੇ ਸੇਵਾ ਤੇ ਸਿਮਰਨ। ਐਸਾ ਰਸ ਆਇਆ ਜਿਹਨੂੰ ਅਸੀਂ ਕਹਿੰਦੇ ਹਾਂ ਭੁੱਖਾਂ ਸਭ ਗਵਾਈਆਂ, ਭੁੱਖਾਂ ਮਿਟ ਗਈਆਂ ਜੀ। ਐਸਾ ਰਸ ਆਇਆ, ਲਾਲਸਾ ਹੀ ਮੁੱਕ ਗਈ। ਐਸਾ ਸਬਰ ਆਇਆ, ਵੱਡਾ ਰਸ ਆ ਗਿਆ। ਇਹ ਛੋਟੇ ਸੁੱਖਾਂ ਤੋਂ, ਇਹ ਤੇ ਦੁਨਿਆਵੀ ਭੁੱਖ ਸੀ ਨਾ ਜੀ, ਉਹਦੇ ਤੋਂ ਵੱਡਾ ਰਸ ਆ ਗਿਆ ਜਦੋਂ ਪਿਰਮ ਪਿਆਲਾ ਖਸਮ ਦਾ ਗੁਰੂ ਰਾਮਦਾਸ ਜੀ ਦੇ ਘਰੋਂ ਨਸੀਬ ਹੋਇਆ। ਦੋ ਚੀਜ਼ਾਂ ਅਪਣਾ ਕੇ ਵੇਖੀਏ, ਸੇਵਾ ਤੇ ਸਿਮਰਨ। ਫਿਰ ਇਹ ਵੀ ਚਿੰਤਾ ਨਹੀਂ ਰਹੀ ਕਿ ਲੋਕ ਕੀ ਕਹਿੰਦੇ ਆ। ਉਹ ਵਸ ਗਏ ਨਾ ਗੁਣ ਗੁਰੂ ਰਾਮਦਾਸ ਜੀ ਵਾਲੇ। ਇਹ ਕੋਈ ਝੋਰਾ ਨਹੀਂ ਹੈ ਵੀ ਇਹ ਲੱਕੜਾਂ ਢੋਂਦਾ, ਇਹ ਅਮੀਰ ਜ਼ਿਮੀਂਦਾਰ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਤੇ ਇਤਿਹਾਸ ਕਹਿੰਦਾ ਵੀ ਇੱਕ ਦਿਨ ਐਸਾ ਆਇਆ, ਸਰਦੀਆਂ ਦੀ ਰੁੱਤ,
ਕਈ ਦਿਨਾਂ ਦੀ ਬਰਸਾਤ, ਤੇ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਸੀ ਝੜੀਆਂ ਲੱਗ ਜਾਣੀਆਂ, ਬਾਲਣ ਦੀ ਥੁੜ। ਜਦੋਂ ਸਾਡੀਆਂ ਮਾਵਾਂ ਨੇ ਚੁੱਲ੍ਹੇ ਬਾਲੇ ਨਾ, ਅੱਗ ਬਾਲ, ਲੱਕੜਾਂ ਬਾਲ ਪਾਥੀਆਂ ਬਾਲ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਕਿੰਨਾ ਫਿਕਰ ਹੁੰਦਾ ਸੀ ਕਿ ਜੇ ਬਾਰਿਸ਼ 4 ਦਿਨ ਨਾ ਹਟੀ ਤੇ ਬਾਲਣ ਦਾ ਕੀ ਪ੍ਰਬੰਧ ਕਰਨਾ। ਅੱਜ ਤੇ ਸਾਧਨ ਨੇ ਤੁਹਾਡੇ ਕੋਲ। ਸਾਧ ਸੰਗਤ, ਅੱਧੀ ਰਾਤ ਦਾ ਵੇਲਾ ਸੰਗਤਾਂ ਦਾ ਕਾਫਲਾ ਆਇਆ, ਕਈ ਦਿਨਾਂ ਦੀ ਬਰਸਾਤ, ਰਸਤੇ 'ਚ ਮੀਂਹ 'ਚ ਭਿੱਜੇ। ਅੰਮ੍ਰਿਤ ਵੇਲੇ ਅਜੇ ਦੀਵਾਨ ਸੱਜਣਾ ਸੀ। ਸੰਗਤ ਪਰਕਰਮਾ ਜਾ ਕੇ ਬੈਠੀ, ਹੱਡਾਂ ਨੂੰ ਚੀਰਦੀ ਠੰਡ ਵਗ ਰਹੀ ਹੈ, ਹਵਾ ਚੱਲ ਰਹੀ ਹੈ, ਕੱਪੜੇ ਭਿੱਜੇ ਹੋਏ ਨੇ, ਸਰਦੀ ਦੀ ਰੁੱਤ ਹੈ। ਇੱਕ ਲਾਲਸਾ ਹੈ, ਚਾਹਤ ਹੈ ਵੀ ਜੇ ਕਿਤੇ ਅੱਗ ਸੇਕਣ ਨੂੰ ਮਿਲ ਜਾਏ ਨਾ, ਠੁਰ ਕਰਦੇ ਹੱਥ ਹੋਵਣ, ਕੰਬਦਾ ਸਰੀਰ ਹੋਵੇ, ਤੇ ਉਸ ਵੇਲੇ ਡਾਢੀ ਜ਼ਰੂਰਤ ਹੁੰਦੀ ਹੈ ਵੀ ਕਿਤੇ ਅੱਗ ਸੇਕਣ ਨੂੰ ਮਿਲ ਜਾਏ। ਅੱਗ ਸੇਕਣੀ ਆ ਬਾਲਣ ਨਾਲ, ਤੇ ਬਾਲਣ ਕਈ ਦਿਨਾਂ ਦੀ ਬਰਸਾਤ ਹੋ ਰਹੀ ਹੈ, ਲੰਗਰ ਦੇ ਵਿੱਚ ਨਹੀਂ ਪੂਰਾ ਹੋ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਖੁਸ਼ੀ ਕਿਵੇਂ ਮਿਲਦੀ? ਸਾਧ ਸੰਗਤ ਜੀ ਧਿਆਨ ਦਿਓ। ਗੁਰੂ ਰਾਮਦਾਸ ਜੀ ਕਦੋਂ ਆਪ ਆ ਕੇ ਕਹਿੰਦੇ ਨੇ, ਸਿੱਖਾ ਤੂੰ ਨਾਮ ਹੀ ਮੰਗੇਗਾ ਮੈਂ ਤਾਂ ਵੀ ਤੇਰੀ ਝੋਲੀ ਭਰਨੀ ਹੈ। ਬਸ ਇੰਨੀ ਕੁ ਗੱਲ ਸਮਝ ਲਈਏ। ਇਸ ਸਿੱਖ ਨੇ ਵੇਖਿਆ ਸਿੱਖਾਂ ਨੂੰ ਜ਼ਰੂਰਤ ਹੈ, ਇਸ ਵੇਲੇ ਭੋਜਨ ਦੀ ਜ਼ਰੂਰਤ ਨਹੀਂ, ਇਸ ਵੇਲੇ ਪਾਣੀ ਦੀ ਜ਼ਰੂਰਤ ਨਹੀਂ, ਇਸ ਵੇਲੇ ਜ਼ਰੂਰਤ ਹੈ ਕਿ ਅੱਗ ਬਲਦੀ ਹੋਵੇ, ਨਿੱਘ ਲੱਗਿਆ ਹੋਵੇ, ਤੇ ਸਿੱਖ ਐਨ ਆਨੰਦ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਉੱਤੇ ਸਰੀਰਕ ਤੌਰ ਤੇ ਵੀ ਸੁੱਖ ਲੈਣ ਤੇ ਆਤਮਿਕ ਤੌਰ ਤੇ ਵੀ ਲੈਣ। ਉਹ ਧਰਤੀ ਅੱਜ ਜਿਹਨੂੰ ਸਾਰੀ ਲੁਕਾਈ ਸਿਰ ਝੁਕਾ ਕੇ ਕਹਿ ਰਹੀ ਹੈ, ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਕਸਮਲ ਜਾਹੇ ਨਾਇਆ ਰਾਮਦਾਸ ਸਰ। ਬੈਠੇ ਉੱਥੇ ਸਿੱਖ, ਘਰ ਗਿਆ, ਬਾਲਣ ਦੀ ਥੋੜ ਹੈ, ਅੱਗ ਬਾਲਣ ਵਾਸਤੇ ਬਹੁਤੀਆਂ ਲੱਕੜਾਂ ਚਾਹੀਦੀਆਂ, ਸੰਗਤ ਜ਼ਿਆਦਾ ਹੈ। ਤੇ ਆਪ ਜੀ ਨੇ ਗਾਥਾ ਨੂੰ ਸੁਣਿਆ, ਇਸ ਸਿੱਖ ਨੂੰ ਹੋਰ ਕੁਝ ਨਹੀਂ ਲੱਭਿਆ। ਕਦੀ ਇੱਦਾਂ ਏਡੀ ਵੱਡੀ ਹਿੰਮਤ ਹੁੰਦੀ ਹੈ ਗੁਰਮੁਖੋ, ਆਪਣਾ ਘਰ ਬਣਾਉਣ ਵਾਸਤੇ ਬੰਦਾ ਜ਼ਿੰਦਗੀ ਲਾਉਂਦਾ। ਇਸ ਸਿੱਖ ਨੇ ਘਰ ਦੇ ਦਰਵਾਜ਼ੇ ਤੋੜ ਲਏ, ਚੁਗਾਠਾਂ ਪੱਟ ਲਈਆਂ। ਕਾਹਦੇ ਵਾਸਤੇ? ਗੁਰੂ ਰਾਮਦਾਸ ਜੀ ਤੇਰੀ ਸੰਗਤ ਆਈ ਹੈ, ਤੇਰੇ ਸਿੱਖ ਆਏ ਨੇ, ਤੇ ਉਹਨਾਂ ਦੀ ਜ਼ਰੂਰਤ ਹੈ ਕਿਤੇ ਨਿੱਘ ਲੱਗ ਜਾਏ। ਗੁਰੂ ਰਾਮਦਾਸ ਅੱਧੀ ਰਾਤ ਹੈ, ਦਿਖਾਵਾ ਨਹੀਂ ਕੀਤਾ, ਫੱਟੇ ਨਹੀਂ ਲਾਏ, ਬੋਰਡ ਨਹੀਂ ਲਾਏ ਵੀ ਭਾਈ ਮੈਂ ਸੇਵਾ ਕੀਤੀ ਹੈ। ਸਤਿਗੁਰੂ ਅੰਤਰਜਾਮੀ ਪਾਤਸ਼ਾਹ ਜਾਣਦੇ ਆ। ਦਰਵਾਜ਼ੇ ਤੋੜੇ, ਚੁਗਾਠਾਂ ਪੁੱਟੀਆਂ, ਅੱਗ ਬਾਲੀ, ਨਿੱਘ ਲੱਗਾ, ਕੋਲੇ ਮੱਗ ਗਏ, ਸੋਹਣੀ ਅੱਗ ਭੱਖ ਗਈ, ਤੇ ਜਿਹੜੇ ਭਿੱਜੇ ਹੋਏ ਠੁਰ ਕਰਦੇ ਹੱਥ ਸੀ ਨਾ, ਐਨ ਪ੍ਰੇਮ ਚ ਨਿੱਘ ਚ ਬੈਠੇ ਧੰਨ ਗੁਰੂ ਰਾਮਦਾਸ ਜੀ ਦੇ ਸ਼ੁਕਰ ਵਿੱਚ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਟਹਿਲ ਰਹੇ ਆ, ਤੇ ਮਹਾਰਾਜ ਨੇ ਵੇਖਿਆ ਵੀ ਸੰਗਤ ਬੜੇ ਪ੍ਰੇਮ ਚ ਸੰਤੁਸ਼ਟ ਬੈਠੀ ਹੈ, ਬੜੇ ਸੁੱਖ ਚ ਬੈਠੀ ਹੈ। ਤੇ ਜਦੋਂ ਦੀਵਾਨ ਸਜਿਆ ਨਾ, ਦਿਨ ਚੜਿਆ, ਦੀਵਾਨ ਦੀ ਸਮਾਪਤੀ ਹੋਈ, ਹਜ਼ੂਰ ਅੰਤਰਜਾਮੀ ਭਾਗ ਲਾਉਣ ਵਾਲੇ ਜਿਨ੍ਹਾਂ ਸਿੱਖਾਂ ਕੋਲ ਸਿੱਖਾਂ ਲਈ ਪਿਆਰ ਹੈ, ਜਿਨ੍ਹਾਂ ਸਿੱਖਾਂ ਕੋਲ ਅਸਲ 'ਚ ਸਿੱਖਾਂ ਲਈ ਪਿਆਰ ਵੀ ਉਦੋਂ ਹੀ ਆਉਂਦਾ ਜਦੋਂ ਅੰਦਰ ਗੁਰੂ ਦਾ ਪਿਆਰ ਹੋਵੇ। ਜੇ ਅੰਦਰ ਗੁਰੂ ਲਈ ਪਿਆਰ ਨਹੀਂ ਤੇ ਫਿਰ ਸਿੱਖਾਂ ਵਾਸਤੇ, ਕੌਮ ਵਾਸਤੇ, ਪੰਥ ਵਾਸਤੇ ਪਿਆਰ ਵੀ ਨਹੀਂ ਆਉਂਦਾ। ਮਹਾਰਾਜ ਨੇ ਬੁਲਾਇਆ, ਕਹਿਣ ਲੱਗੇ ਜੀ ਇਹ ਸੇਵਾ ਕਿਹਨੇ ਕੀਤੀ? ਧੰਨ ਗੁਰੂ ਰਾਮਦਾਸ ਮਹਾਰਾਜ ਨੇ। ਰਾਤ ਮੇਰੇ ਪਿਆਰੇ ਸਿੱਖ ਗੁਰਸਿੱਖ ਸੰਗਤ ਆਈ, ਉਹਨਾਂ ਦੀ ਤਕਲੀਫ ਕਿਹਨੇ ਦੂਰ ਕੀਤੀ? ਠੰਡ ਕਿਹਨੇ ਦੂਰ ਕੀਤੀ? ਕਿਹਨੇ ਨਿੱਘ ਵਾਸਤੇ ਅੱਗ ਬਾਲੀ? ਸਾਰਿਆਂ ਨੇ ਕਿਹਾ ਜੀ ਭਾਈ ਆਦਮ ਜੀ। ਮਹਾਰਾਜ ਕਹਿੰਦੇ ਬੁਲਾਓ ਭਾਈ ਆਦਮ ਜੀ ਨੂੰ। ਭਾਈ ਆਦਮ ਜੀ ਹਾਜ਼ਰ ਹੋਏ। ਸਤਿਗੁਰੂ ਜੀ ਨੂੰ ਪਤਾ ਸੀ ਵੀ ਬਾਲਣ ਦੀ ਥੋੜ ਹੈ, ਕਹਿੰਦੇ ਕਿੱਥੋਂ ਲਿਆਂਦਾ ਬਾਲਣ? ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਜੀ ਘਰ ਦੇ ਦਰਵਾਜ਼ੇ ਤੋੜ ਲਏ ਸੀ, ਸਿੱਖਾਂ ਦੀ ਲੋੜ ਸੀ, ਮੇਰਾ ਘਰ ਉੱਜੜ ਜਾਏ ਪਰ ਸਿੱਖਾਂ ਨੂੰ ਸੁੱਖ ਮਿਲੇ, ਮੇਰਾ ਘਰ ਟੁੱਟ ਜਾਏ, ਮੇਰਾ ਘਰ ਭੱਜ ਜਾਏ ਪਰ ਗੁਰਸਿੱਖਾਂ ਨੂੰ ਸੁੱਖ ਮਿਲੇ। ਸਤਿਗੁਰੂ ਜੀ ਨੇ ਛਾਤੀ ਨਾਲ ਲਾ ਕੇ ਕਿਹਾ ਭਾਈ ਆਦਮ
तेरा घर सदा वसेगा। हुण देखो घर किदां वसेगा, महाराज ने बचन कह दिता तेरा घर सदा वसेगा। ते भाई आदम जी के अंदरे अंदर सोचते आ भी अगे तो चलनी नहीं मेरी पीढ़ी, घर किदां वसेगा। साहब कहन लगे तुठ के भाई आदम की मनसा है हुण जाणदे मेरे पातशाह। पर जो कुछ भाई आदम नूं मिल गया, गल ना गुरु ने लाया, रहमतां दे बचन कहे, सेवा नूं भाग लग गए, परवान चढ़ गई, गुरसिखां दी खुशी मिली, सतगुर दी खुशी मिली। इतिहास कहता 3 वार महाराज ने बुला बुला के कहा भाई आदम की मनसा है। भाई आदम की पत्नी भी आई, क्योंकि पत्नी के सहयोग तो बिना सेवा किवें हो सकती सी। सतगुरु 3 वारी कहते ने भाई आदम कुछ मंग। धन गुरु रामदास सिख नूं बुला के कह रहा तू मंग, मैं तेरी झोली च कुछ दात पावां। किवें सखणिया रह सकता जी सिख भला। सोचा भी नहीं जा सकता कि गुरु रामदास सिख नूं सखणिया रहन देण। जे किते असीं गुरु रामदास जी की खुशी के पात्र बणीए तो भाई आदम नहीं, ये सिੱਖੀ है जिहड़ी सिੱਖੀ नूं बुला के सतगुरु कह रहे ने तू मंग मैं झोली च दात पावां। ते इतिहास कहता 3 वारी बुलाया तो भाई आदम जी ने नहीं कहा कि मैं इस मंग लई आया सी। कुछ विद्वानां ते यह भी लिखिया भी वो संग गए कि उम्र वडेरी है, पर नहीं साध संगत सिख गुरु तो कदी नहीं संगदा। असल च सबर ही इन्ना आ गया, रस ही इन्ना आ गया, अवस्था ही इन्नी उच्ची हो गई कि दुनिया दियां भुखां ही मुक गईयां। भावें भुखां मुक भी गईयां पर मेरा सतगुरु तां भी टोटा नहीं रहन दिंदा। महाराज कहन लगे भाई आदम तेरे ग्रह पुत्र होवेगा। इतिहास ने यह भी चर्चा की गुरमुखो। साहब कहन लगे जिहड़े साडे घर पैदा होना सी ना, तेरे ग्रह विखे पैदा होएगा ते नाम वो भगती वाला होएगा, भाई भगतू ही ना रखी। बख्शिशां लैके भाई आदम घर परते। वक्त आया भाई भगतू जी की आप जी बहुत विथया सुनते हो, किवें खुशियां लईआं जी। कीरतपुर साहब किवें गुरु हरगोबिंद साहब के चरणों के रंग लगे, किवें उन्हां दी औलाद कलगियां वाले साहब दीयां खुशियां लैंदी रही। गुरु रामदास दयालु इदां झोलियां भरदे। कदी पुछिए सोमन जी नूं, जिन्हों महाराज निवाज के कहते सोमन शाह, वो कहता शाह नहीं है महाराज, मैं कंगाल हाँ, रोटियों मुथाज हाँ, घरों बेघर हो के तेरे दर ते आया। इत्थे 2 चीज़ां मिल गईयां, किरत करके रोटी तो खांदा ही आ, मेरियां घुंगणियां वेचदियां ने महाराज, नाल तेरी संगत ते सेवा करदा, नाले तेरी बंदगी हुंदी है, नाले किरत मिल जाती। सच्चे पातशाह जी ने आपां जानते हैं सोमन कोलों 3 दिन पातशाह जी ने कहा सी सोमन जो वटिया लिया। 3 दिन किरत करन वालियां दी, मजदूरी करन वालियां दी महाराज ने तली दे उत्ते उन्हां दी मेहनताना रखना। ते सोमन जिहड़ा सी वो परिक्रमा च घुंगणियां वेचदा ते महाराज टहलदे आके कहंदे सोमन की वटिया। हुण असल च जदों सिख दे अंदर त्याग हुंदा ना जी, उदों गुरु दीयां रहमतां दा मींह वरदा। जदों लोभ विच ग्रसिया हुंदा उदों कई वारी तमां दा मारिया सौदागर बन जांदा, सिख बाणी नहीं पाउंदा। भावना विच भिजे हुए सोमन कोलों 2 वारी ते गुरु ने मंगिया जो वटिया सी, तीजी वारी सोमन ने आप ही तली ते रख दिता तीजे दिन। पर मजबूरी च नहीं, भावना विच। ते जदों सिख भावना विच अर्पण करदा ना कुछ अपनी शरधा अर्पण, जिन्होंने महाराज ने कहा भावन पाती तृप्त करै, पूजा प्राण सेवक जे सेवे इन बिद साहिब रवतर है। हुण वो भावना नाल कीती हुई पूजा प्रवान हो जाती है। भावनी भगत भाए कौडी अगर भांत रखै। जदों प्रेम च भिज के सोमन ने कहा ना महाराज आ वटिया, तो साहब कहन लगे वाह सोमन शाह बेपरवाह, गुरु का शाह। गुरु का शाह क्यों? कहते वेख तेरे कोलों असीं मंग के लै रहे हैं। जिहड़ा मंगता बनने वास्ते आया सी उन्होंने गुरु रामदास जी ने दाता बना दिता जी, वंडण वाला बना दिता। इदां भाग लाउंदे गुरु रामदास। जिहड़ा आया सी रोटियों मथाज, जिहड़ा आया सी 4 बुरकियां मंगण वास्ते कि मैनूं कितों नसीब हो जाण, मेरा परिवार भुखा मर रहा,
ਤੇ ਮੰਗਣ ਵਾਲੇ ਦੀ ਜਦੋਂ ਬਿਰਤੀ ਗੁਰੂ ਦੇ ਪ੍ਰੇਮ ਵਿੱਚ ਜੁੜੀ, ਮੇਰੇ ਸਤਿਗੁਰੂ ਜੀ ਨੇ ਪਹਿਲਾਂ ਆਪ ਉਹਦੇ ਕੋਲੋਂ ਮੰਗਿਆ ਤੇ ਫਿਰ ਕਿਹਾ, ਜਾ ਤੇਰਾ ਖਾਨਦਾਨ ਹੀ ਸ਼ਾਹਾਂ ਦਾ ਖਾਨਦਾਨ ਹੋਏਗਾ, ਤੂੰ ਰੋਟੀਆਂ ਮੁਥਾਜ ਮੰਗਣ ਵਾਲਾ ਨਹੀਂ, ਲੰਗਰ ਵੰਡਣ ਵਾਲਾ ਬਣ ਜਾਏਗਾ। ਨਿਵਾਜਦੇ ਜੀ ਗੁਰੂ ਰਾਮਦਾਸ ਮਹਾਰਾਜ, ਨਿਵਾਜਦੇ ਪਾਤਸ਼ਾਹ, ਬਹੁਤ ਰਹਿਮਤਾਂ ਨਾਲ ਨਿਵਾਜਦੇ ਔਰ ਸਾਨੂੰ ਸਿਖਾਉਂਦੇ ਵੀ ਕਿਵੇਂ ਕਰਤਾ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਸੁਰਤਾਂ ਜੁੜਦੀਆਂ ਨੇ, ਜ਼ਿੰਦਗੀ ਦੀਆਂ ਔਕੜਾਂ ਨੂੰ ਕਿਵੇਂ ਸਾਰ ਕਰੀਦਾ। ਇੱਕ ਇੱਕ ਗੱਲ ਸਤਿਗੁਰੂ ਜੀ ਨੇ ਚੂ ਕੇ ਦਿਖਾਈ, ਕਿਵੇਂ ਗੁਰੂ ਦੇ ਹੁਕਮ ਨੂੰ ਮੰਨ ਕੇ ਸੇਵਾ ਕਰੀਦੀ ਹੈ। ਕਦੀ ਥੜੇ ਬਣਾਉਣ ਗੁਰੂ ਅਮਰਦਾਸ ਮਹਾਰਾਜ ਲਾਉਂਦੇ ਆ ਤੇ ਰਾਮਾ ਜੀ ਅੱਕ ਜਾਂਦੇ ਆ ਨਾ ਜੀ, ਸੁਣਦੇ ਆਪਾਂ ਸਾਖੀਆਂ, ਰਾਮਾ ਜੀ ਅੱਕ ਜਾਂਦੇ ਆ, ਥੱਕ ਜਾਂਦੇ ਆ, ਮਾਯੂਸ ਹੋ ਜਾਂਦੇ ਆ। ਮਹਾਰਾਜ ਜੀ 5-7 ਵਾਰੀ ਬਣਾ ਬਣਾ ਕੇ ਢਾਹ ਦਿੱਤੇ, ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੋਰ ਕਿੱਦਾਂ ਦਾ ਬਣਾਈਏ। ਪਰ ਵਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੇਵਾ ਆ ਹੁੰਦੀ ਹੈ ਜਿੱਥੇ ਆਪ ਗਵਾਏ ਸੇਵਾ ਕਰੇ, ਜਿੱਥੇ ਆਪਣੀ ਮੱਤ ਬੁੱਧ ਮਿਟ ਜਾਂਦੀ ਹੈ, ਸਿਰਫ ਗੁਰੂ ਦਾ ਹੁਕਮ ਸਾਹਮਣੇ ਹੁੰਦਾ ਹੈ। ਉਹਨਾਂ ਨੇ ਕਿਹਾ ਸੀ ਰਜ਼ਾ ਹੈ ਗੁਰੂ ਦੀ, ਉਹ ਥੜੇ ਬਣਵਾ ਲੇ, ਹੁਕਮ ਹੈ ਗੁਰੂ ਦਾ, ਉਹ ਥੜੇ ਢਵਾ ਲਏ। ਮੈਂ ਆਪਣੀ ਚਤੁਰਾਈ ਵਿੱਚ ਸੇਵਾ ਨਹੀਂ ਕਰਦਾ, ਮੈਂ ਗੁਰੂ ਦੇ ਹੁਕਮ ਦੀ ਕਾਰ ਕਮਾਉਂਦਾ। ਤੇ ਪ੍ਰਵਾਨ ਕੌਣ ਚੜਿਆ ਜੀ? ਥੜੇ ਸਿਰਫ ਧਰਤੀ ਤੇ ਨਹੀਂ ਸੀ ਬਣ ਰਹੇ, ਉਹ ਤੇ ਅੰਤਸ਼ਕਰਨ ਚ ਹਿਰਦੇ ਚ ਬਣ ਰਹੇ ਸੀ ਨਾ, ਜਿੱਥੇ ਗੁਰੂ ਜੋਤ ਨੇ ਟਿਕਣਾ ਸੀ। ਤਾਂ ਕਰਕੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਵਾਹ ਦਾਤਾ ਗਰੀਬ ਨਵਾਜ ਪਾਤਸ਼ਾਹ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਜਿੱਥੇ ਅੱਜ ਰਹਿਮਤਾਂ ਵਰਤ ਰਹੀਆਂ, ਉਹ ਵੰਸ਼ ਮੇਰੇ ਸਾਹਿਬ ਸੱਚੇ ਦਾਤਾ ਜੀ ਦੇ ਗ੍ਰਹਿ ਵਿਖੇ ਗੁਰੂ ਅਰਜਨ ਸਾਹਿਬ ਪ੍ਰਗਟਦੇ ਨੇ। ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਰਾਮਦਾਸ ਜੀ ਦਾ ਪੋਤਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ, ਤੇਰੇ ਇਸ ਪਵਿੱਤਰ ਖੂਨ ਨੂੰ ਅਸੀਂ ਅੱਜ ਸਿਜਦਾ ਕਰ ਰਹੇ ਹਾਂ, ਜਿਨ੍ਹਾਂ ਦੇ ਸਦਕਾ ਸਾਨੂੰ ਇਹ ਮਾਣ ਵਡਿਆਈਆਂ ਝੋਲੀ 'ਚ ਪਈਆਂ, ਸਾਨੂੰ ਜਿਉਣਾ ਮਿਲਿਆ, ਸਾਨੂੰ ਇਹ ਸਿੱਖੀ ਮਿਲੀ ਹੈ, ਸਰਦਾਰੀ ਮਿਲੀ ਹੈ। ਔਰ ਸੱਚੀ ਗੱਲ ਇਹ ਗੁਰਮੁਖੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੇਰੇ ਇਸ ਵੰਸ਼ ਨੂੰ ਨਮਸਕਾਰ ਕਰ ਕਰਕੇ ਅਸੀਂ ਰੋਜੀ ਰੋਟੀ ਖਾ ਰਹੇ ਹਾਂ ਮਹਾਰਾਜ, ਵੱਡੀਆਂ ਬਰਕਤਾਂ। ਔਰ ਇੱਕੋ ਹੀ ਬੇਨਤੀ ਕਰਾਂਗਾ ਗੁਰਮੁਖੋ, ਗੁਰੂ ਰਾਮਦਾਸ ਜੀ ਸ਼ਰਧਾ ਸਿਖਾਉਂਦੇ ਆ, ਗੁਰੂ ਰਾਮਦਾਸ ਜੀ ਪ੍ਰੇਮ ਸਿਖਾਉਂਦੇ ਆ, ਗੁਰੂ ਰਾਮਦਾਸ ਜੀ ਸਿਮਰਨ ਸਿਖਾਉਂਦੇ ਆ, ਗੁਰੂ ਰਾਮਦਾਸ ਜੀ ਸੇਵਾ ਸਿਖਾਉਂਦੇ ਆ, ਗੁਰੂ ਰਾਮਦਾਸ ਜੀ ਸਹਿਜ ਸਿਖਾਉਂਦੇ ਆ। ਤੇ ਤਾਂ ਕਰਕੇ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। ਵਾਹ ਕਰਤਾ ਪੁਰਖ ਵਾਹਿਗੁਰੂ, ਤੂੰ ਹੀ ਸਵਾਰ ਕੇ ਆਪ ਟਿਕ ਕੇ ਬੈਠ ਗਿਆ ਤੇ ਸਾਰੀ ਲੁਕਾਈ ਅੱਜ ਗੁਰੂ ਰਾਮਦਾਸ ਤੈਨੂੰ ਸਿਰ ਝੁਕਾ ਰਹੀ ਹੈ। ਜਿਹਨੂੰ ਲੋਕ ਕਹਿੰਦੇ ਹਮ ਰੁਲਤੇ ਫਿਰਤੇ, ਫਿਰ ਜਗਤ ਨੇ ਅੱਜ ਵੀ ਕਹਿ ਰਹੇ ਨਾ ਜੀ ਵੀ ਮਹਾਰਾਜ ਦੁਨੀਆ ਤੇ ਬੜੇ ਮਹਿਲ ਹੋਣਗੇ ਪਰ ਨਹੀਂ ਤੁਧ ਜਿਹਿਆ, ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਿਆ। ਤੇਰੇ ਵਰਗਾ ਦੁਨੀਆ ਤੇ ਹੋਰ ਕੋਈ ਨਹੀਂ ਹੋ ਸਕਦਾ। ਆਪ ਸਾਰਿਆਂ ਨੂੰ ਬਹੁਤ ਮੁਬਾਰਕਾਂ। ਸਾਰਾ ਦਿਨ ਗੁਰਬਾਣੀ ਕੀਰਤਨ ਚੱਲਣਾ, ਤੁਹਾਡੇ ਘਰਾਂ 'ਚ ਪਹੁੰਚਣਾ, ਟੀਵੀ ਦੇ ਮਾਧਿਅਮ ਨਾਲ ਜਿੰਨਾ ਹੋ ਸਕੇ ਹਾਜ਼ਰੀ ਲਵਾਓ, ਅਨੁਭਵ ਕਰੋ, ਮਹਿਸੂਸ ਕਰੋ। ਠੀਕ ਹੈ ਸਾਰੇ ਨਹੀਂ ਜਾ ਸਕਦੇ, ਪਰ ਕੋਈ ਇੱਕ ਘੜੀ ਆਧੀ ਘੜੀ ਸਾਧਨਾ ਨਾਲ ਵੀ ਸੰਗਤ ਹੋ ਸਕਦੀ ਹੈ। ਮਹਿਸੂਸ ਕਰੋ ਕਿ ਅਸੀਂ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਹਾਜ਼ਰੀਆਂ ਭਰ ਰਹੇ ਹਾਂ। ਆ ਬੈਠੇ ਸਿੰਘਾਸਨ ਤੇ ਬਿਰਾਜਮਾਨ, ਸਿਰ ਝੁਕਾ ਕੇ ਅਸੀਂ ਵੀ ਕਹੀਏ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਬਖਸ਼ਿਸ਼ ਕਰਨ ਮਹਾਰਾਜ, ਆਪਣੀ ਚਰਨ ਸ਼ਰਨ ਬਖਸ਼ਣ, ਸਿਦਕ ਭਰੋਸਾ ਬਖਸ਼ਣ, ਰਹਿਮਤਾਂ ਨਾਲ ਸਾਰਿਆਂ ਦੀਆਂ ਝੋਲੀਆਂ ਭਰਨ ਜੀ। ਬਹੁਤ ਮੁਬਾਰਕਾਂ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਸਭ ਦਾ ਧੰਨਵਾਦ। ਅਸੀਸ ਦਿਓ ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।